ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਰ। ਆਪਾਂ ਅੱਜ ਸਟਾਰਟ ਕਰਾਂਗੇ ਪੋਲਿਟੀ ਦੇ ਮੋਸਟ ਐਕਸਪੈਕਟਡ ਕੁਐਸਚਨਸ ਜੋ ਕਿ ਰੈਲੇਵੈਂਟ ਹੋਣਗੇ ਆਪਣੇ ਜਿੰਨੇ ਵੀ ਐਗਜ਼ਾਮਸ ਹੁੰਦੇ ਹੈ, ਜਿਵੇਂ ਕਿ PCS ਹੈ, ਚਾਹੇ ਉਹ ਪਟਵਾਰੀ ਦਾ ਐਗਜ਼ਾਮ ਹੈ, ਚਾਹੇ FCI ਦਾ ਐਗਜ਼ਾਮ ਹੈ, ਚਾਹੇ SI ਦਾ ਐਗਜ਼ਾਮ ਹੈ। ਸੋ ਇਹ ਸਾਰੇ ਐਗਜ਼ਾਮਸ ਲਈ ਰੈਲੇਵੈਂਟ ਹੋਣਗੇ, ਕਾਮਨ ਜਿਹੇ ਕੁਐਸਚਨ ਹੈਗੇ ਆ ਜੋ ਸਾਰੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਸੋ ਆਪਾਂ ਸਟਾਰਟ ਕਰਦੇ ਹਾਂ ਆਪਾਂ ਪਾਰਟ 1 ਦੇ ਨਾਲ। ਸੋ ਆਪਣਾ ਪਹਿਲਾ ਕੁਐਸਚਨ ਹੈਗਾ, ਵਿਚ ਆਫ ਦ ਫੋਲੋਇੰਗ ਵਰਡ ਇਜ਼ ਨੋਟ ਇਨ ਦ ਪ੍ਰੈਂਬਲ ਆਫ ਦ ਕੌਂਸਟੀਟਿਊਸ਼ਨ ਆਫ ਇੰਡੀਆ। ਕਿਹੜਾ ਵਰਡ ਇਹੋ ਜਿਹਾ ਹੈਗਾ ਜਿਹੜਾ ਪ੍ਰੈਂਬਲ ਦੇ ਵਿੱਚ ਹੈ ਨਹੀਂ, ਮੈਂਸ਼ਨ ਨਹੀਂ ਕੀਤਾ ਹੋਇਆ ਇਹਨਾਂ ਚਾਰ ਆਪਸ਼ਨ ਚੋਂ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ, ਸੋਸ਼ਲਿਸਟ, ਸੈਕੂਲਰ, ਸੋਵਰਨ ਐਂਡ ਡੀ ਪਬਲਿਕ ਵੈਲਫੇਅਰ। ਜਿਹੜਾ ਡੀ ਆਪਸ਼ਨ ਹੈਗਾ ਉਹ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ ਆਪਣੇ ਪ੍ਰੈਂਬਲ ਦੇ ਵਿੱਚ। ਪ੍ਰੈਂਬਲ ਨੂੰ ਸਟਾਰਟਿੰਗ ਵੀ ਕਿਹਾ ਜਾਂਦਾ ਕੌਂਸਟੀਟਿਊਸ਼ਨ ਦੀ, ਜਿਵੇਂ ਆਪਣਾ ਕੋਈ ਬੁੱਕ ਹੁੰਦੀ ਹੈ, ਪ੍ਰੀਫੇਸ ਹੁੰਦਾ, ਉਹਦੇ ਵਿੱਚ ਦੱਸਿਆ ਜਾਂਦਾ ਵੀ ਇਹਦੇ ਵਿੱਚ ਹੋਊਗਾ ਕੀ ਬੁੱਕ ਦੇ ਵਿੱਚ। ਇਸੇ ਤਰ੍ਹਾਂ ਆਪਣਾ ਪ੍ਰੈਂਬਲ ਹੈ, ਉਹਦੇ ਵਿੱਚ ਆਪਣੀ ਬੇਸਿਕ ਚੀਜ਼ਾਂ ਦੱਸੀਆਂ ਹੋਈਆਂ ਵੀ ਕੌਂਸਟੀਟਿਊਸ਼ਨ ਵਿੱਚ ਹੈਗਾ ਕੀ ਹੈ, ਕੌਂਸਟੀਟਿਊਸ਼ਨ ਦਾ ਮੋਟਿਵ ਕੀ ਹੈ, ਆਬਜੈਕਟਿਵ ਕੀ ਹੈ, ਪਾਸ ਕਦੋਂ ਹੋਇਆ ਸੀਗਾ, ਇਹ ਸਾਰੀਆਂ ਗੱਲਾਂ ਪ੍ਰੈਂਬਲ ਦੇ ਵਿੱਚ ਦੱਸੀਆਂ ਹੋਈਆਂ। ਸੋ ਪ੍ਰੈਂਬਲ ਦੇ ਵਿੱਚ ਪਬਲਿਕ ਵੈਲਫੇਅਰ ਨਾਮ ਦਾ ਕਿਤੇ ਵੀ ਵਰਡ ਹੈ ਨਹੀਂਗਾ। ਸੋ ਦ ਵਰਡ ਪਬਲਿਕ ਵੈਲਫੇਅਰ ਇਜ਼ ਨੋਟ ਮੈਂਸ਼ਨ ਇਨ ਆਵਰ ਕੌਂਸਟੀਟਿਊਸ਼ਨ। ਦ ਅਦਰ 3 ਵਰਡਸ ਸੋਸ਼ਲਿਸਟ, ਸੈਕੂਲਰ, ਸੋਵਰਨ ਆਰ ਪ੍ਰੈਜ਼ੈਂਟ ਇਨ ਦਾ ਪ੍ਰੈਂਬਲ। ਬਾਕੀ ਜਿਹੜੇ ਵਰਡ ਹੈਗੇ ਸੋਸ਼ਲਿਸਟ, ਸੈਕੂਲਰ ਅਤੇ ਸੋਵਰਨ ਇਹ ਪ੍ਰੈਜ਼ੈਂਟ ਹੈਗੇ ਆਪਣੇ ਪ੍ਰੈਂਬਲ ਦੇ ਵਿੱਚ। ਬਾਕੀ ਪਬਲਿਕ ਵੈਲਫੇਅਰ ਜਿਹੜਾ ਵਰਡ ਹੈਗਾ ਪ੍ਰੈਂਬਲ ਦੇ ਵਿੱਚ ਪ੍ਰੈਜ਼ੈਂਟ ਹੈ ਨਹੀਂਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਲੈਂਡ ਰਿਫਾਰਮਸ ਕਮ ਅੰਡਰ ਦਾ ਸਬਜੈਕਟ ਆਫ। ਜਿਹੜਾ ਲੈਂਡ ਰਿਫਾਰਮ ਹੈਗਾ ਕਿਹੜੀ ਲਿਸਟ ਦੇ ਵਿੱਚ ਆਉਂਦਾ, ਯੂਨੀਅਨ ਲਿਸਟ ਦੇ ਵਿੱਚ ਆਉਂਦਾ, ਕੌਂਕਰੈਂਟ ਲਿਸਟ ਦੇ ਅੰਡਰ ਆਉਂਦਾ ਜਾਂ ਸਟੇਟ ਲਿਸਟ ਦੇ ਅੰਡਰ ਆਉਂਦਾ। ਸੋ ਜਾਂ ਨਨ ਆਫ ਦੀ ਅਬਵ। ਜਿਹੜਾ ਲੈਂਡ ਰਿਫਾਰਮ ਹੁੰਦੇ ਆ ਉਹ ਸਟੇਟ ਲਿਸਟ ਦੇ ਅੰਡਰ ਆਉਂਦੇ ਆ। ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਜਿਹੜੇ ਆਪਣੇ ਸਬਜੈਕਟਸ ਵੰਡੇ ਹੋਏ ਆ, ਸੈਂਟਰ ਕੋਲ ਅੱਡ ਸਬਜੈਕਟ ਹੁੰਦੇ ਆ, ਉਹਨੂੰ ਕਿਹਾ ਜਾਂਦਾ ਯੂਨੀਅਨ ਲਿਸਟ। ਜਿਹੜੇ ਸਟੇਟ ਕੋਲ ਸਬਜੈਕਟ ਹੁੰਦੇ ਆ ਉਹ ਹੁੰਦੇ ਆ ਸਟੇਟ ਲਿਸਟ। ਜਿਹੜੇ ਦੋਨਾਂ ਕੋਲ ਮਿਊਚੁਅਲ ਸਬਜੈਕਟਸ ਹੁੰਦੇ ਆ ਉਹਨੂੰ ਕਿਹਾ ਜਾਂਦਾ ਕੌਂਕਰੈਂਟ ਲਿਸਟ। ਬਹੁਤ ਇੰਪੋਰਟੈਂਟ ਹੈਗਾ। ਜਿਹੜੀ ਰੈਜ਼ੀਡੂਰੀ ਪਾਵਰਸ ਹੁੰਦੀਆਂ ਉਹ ਆਪਣੀ ਸੈਂਟਰ ਕੋਲ ਹੁੰਦੀਆਂ, ਜਿਹੜੀਆਂ ਬੱਚਿਆਂ ਖੁੱਚੀਆਂ ਮਤਲਬ ਪਾਵਰਸ ਹੋ ਜਾਂਦੀਆਂ ਉਹ ਸੈਂਟਰ ਕੋਲ ਹੁੰਦੀਆਂ। ਕਿੰਨੇ ਸਬਜੈਕਟ ਹੈਗੇ ਯੂਨੀਅਨ ਲਿਸਟ ਦੇ ਅੰਡਰ? 100 ਸਬਜੈਕਟ ਹੁੰਦੇ ਹੈਗੇ ਆ ਯੂਨੀਅਨ ਲਿਸਟ ਦੇ ਅੰਡਰ। ਜਿਹੜੇ ਸਟੇਟ ਲਿਸਟ ਦੇ ਅੰਡਰ ਸਬਜੈਕਟ ਹੈਗੇ ਉਹ ਹੈਗੇ 61 ਸਬਜੈਕਟਸ ਹੈਗੇ ਆ ਸਟੇਟ ਲਿਸਟ ਦੇ ਅੰਡਰ। ਜਿਹੜੀ ਕੌਂਕਰੈਂਟ ਲਿਸਟ ਦੇ ਅੰਡਰ ਸਬਜੈਕਟ ਹੈਗੇ ਉਹ ਹੈਗੇ 52 ਹੈਗੇ ਆ ਜੋ ਕੌਂਕਰੈਂਟ ਲਿਸਟ ਦੇ ਅੰਡਰ ਸਬਜੈਕਟ ਹੈਗੇ ਆ। ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ, 100 ਸਬਜੈਕਟ ਹੈਗੇ ਯੂਨੀਅਨ ਲਿਸਟ ਦੇ ਅੰਡਰ, 61 ਸਬਜੈਕਟ ਹੈਗੇ ਸਟੇਟ ਲਿਸਟ ਦੇ ਅੰਡਰ, 52 ਸਬਜੈਕਟਸ ਹੈਗੇ ਕੌਂਕਰੈਂਟ ਲਿਸਟ ਦੇ ਅੰਡਰ। ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰ ਸਕਦੇ ਹੋ ਅਤੇ ਜਾਂ ਤੁਸੀਂ M ਲਕਸ਼ਮੀਕਾਂਤ ਬੁੱਕ ਆਉਂਦੀ ਹੈ ਪੋਲਿਟੀ ਵਾਸਤੇ, ਉਹ ਤੁਸੀਂ ਪੜ੍ਹ ਸਕਦੇ ਹੋ। ਸੋ ਉਹਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਦਿੱਤਾ ਹੋਈਆਂ ਸਭ ਕੁਛ ਚੀਜ਼ਾਂ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ, 4th ਸ਼ਡਿਊਲ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ। ਜਿਹੜਾ ਆਪਣਾ ਚੌਥਾ ਸ਼ਡਿਊਲ ਹੈਗਾ ਕੌਂਸਟੀਟਿਊਸ਼ਨ ਦਾ ਉਹ ਕਿਹਦੇ ਨਾਲ ਡੀਲ ਕਰਦਾ? ਇਹਨਾਂ ਚਾਰ ਆਪਸ਼ਨ ਚੋਂ ਐਲੋਕੇਸ਼ਨ ਆਫ ਦਾ ਸੀਟ ਫॉर ਦਾ ਕਾਉਂਸਲ ਆਫ ਦਾ ਸਟੇਟ, ਪੋਲੀਟੀਕਲ ਡਿਫੈਕਸ਼ਨ, ਪੰਚਾਇਤੀ ਸਿਸਟਮ ਜਾਂ ਲੈਂਗੁਏਜ, ਇਸ ਦੇ ਨਾਲ ਡੀਲ ਕਰਦਾ ਹੈ। ਜਿਹੜਾ ਆਪਣਾ 4th ਸ਼ਡਿਊਲ ਹੈਗਾ ਉਹ ਐਲੋਕੇਸ਼ਨ ਆਫ ਦਾ ਸੀਟਸ ਆਫ ਦਾ ਕਾਉਂਸਲ ਆਫ ਸਟੇਟ ਦੇ ਨਾਲ ਡੀਲ ਕਰਦਾ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਿਹੜਾ ਪੋਲੀਟੀਕਲ ਡਿਫੈਕਸ਼ਨ ਵਾਲਾ ਹੈਗਾ ਉਹ ਕਰਦਾ 10th ਸ਼ਡਿਊਲ ਹੈਗਾ ਜਿਹੜਾ ਆਪਣੇ ਕੌਂਸਟੀਟਿਊਸ਼ਨ ਆਫ ਇੰਡੀਆ ਦਾ, ਉਹ ਡੀਲ ਕਰਦਾ ਪੋਲੀਟੀਕਲ ਡਿਫੈਕਸ਼ਨਸ ਦੇ ਨਾਲ। ਪੰਚਾਇਤੀ ਰਾਜ ਦੇ ਨਾਲ ਕਿਹੜਾ ਸ਼ਡਿਊਲ ਡੀਲ ਕਰਦਾ? ਉਹ ਹੈਗਾ 11ਵਾਂ ਸ਼ਡਿਊਲ ਡੀਲ ਕਰਦਾ ਪੰਚਾਇਤੀ ਰਾਜ ਸਿਸਟਮ ਦੇ ਨਾਲ। ਬਹੁਤ ਇੰਪੋਰਟੈਂਟ ਹੈਗਾ। ਲੈਂਗੁਏਜ ਦੇ ਨਾਲ ਕਿਹੜਾ ਸ਼ਡਿਊਲ ਡੀਲ ਕਰਦਾ? 8ਵਾਂ ਸ਼ਡਿਊਲ ਲੈਂਗੁਏਜ ਦੇ ਨਾਲ ਡੀਲ ਕਰਦਾ। ਜਿਹੜੀਆਂ ਆਪਾਂ ਲਿਸਟ ਪੜ੍ਹੀਆਂ ਸੀ ਕੌਂਕਰੈਂਟ ਲਿਸਟ, ਯੂਨੀਅਨ ਲਿਸਟ ਅਤੇ ਆਪਣੀ ਸਟੇਟ ਲਿਸਟ, ਇਹ ਕਿਹੜੇ ਸ਼ਡਿਊਲ ਦੇ ਅੰਡਰ ਆਉਂਦੀਆਂ? ਇਹ ਆਉਂਦੀਆਂ 7th ਸ਼ਡਿਊਲ ਦੇ ਅੰਡਰ। ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰ ਸਕਦੇ ਹੋ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਫਿਰ ਇੱਕ ਵਾਰ ਰਿਪੀਟ ਕਰ ਦੇਣਾ, ਜਿਹੜਾ ਐਲੋਕੇਸ਼ਨ ਆਫ ਦਾ ਸੀਟ ਆਫ ਦਾ ਕਾਉਂਸਲ ਆਫ ਸਟੇਟ ਹੈਗਾ ਉਹ ਆਉਂਦਾ 4th ਸ਼ਡਿਊਲ ਦੇ ਅੰਡਰ, ਪੋਲੀਟੀਕਲ ਡਿਫੈਕਸ਼ਨ ਆਉਂਦਾ 10th ਸ਼ਡਿਊਲ ਦੇ ਅੰਡਰ, ਪੰਚਾਇਤੀ ਰਾਜ ਸਿਸਟਮ ਆਉਂਦਾ 11th ਸ਼ਡਿਊਲ ਦੇ ਅੰਡਰ, ਅਤੇ ਜਿਹੜਾ ਲੈਂਗੁਏਜ ਹੈਗਾ 8th ਸ਼ਡਿਊਲ ਦੇ ਅੰਡਰ। ਜਿਹੜੀਆਂ ਆਪਾਂ ਲਿਸਟ ਪੜ੍ਹੀਆਂ ਸੀਗੀਆਂ ਕੌਂਕਰੈਂਟ ਲਿਸਟ, ਸਟੇਟ ਲਿਸਟ ਅਤੇ ਸੈਂਟਰ ਲਿਸਟ, ਉਹ ਕਿਹਦੇ ਵਿੱਚ ਆਉਂਦੀਆਂ? ਉਹ ਆਉਂਦੀਆਂ 7th ਸ਼ਡਿਊਲ ਦੇ ਅੰਡਰ। ਇੱਕ ਗੱਲ ਹੋਰ ਵੀ ਹੈਗੀ ਹੈ, ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਆਪਣੇ ਕੌਂਸਟੀਟਿਊਸ਼ਨ ਜਿਹੜਾ ਹੈਗਾ ਸ਼ਡਿਊਲ, ਪਾਰਟ ਅਤੇ ਆਰਟੀਕਲਸ ਦੇ ਵਿੱਚ ਡਿਵਾਈਡ ਹੈਗਾ। ਆਪਣੇ ਹੁਣ ਦੇ ਪ੍ਰੈਜ਼ੈਂਟ ਕੌਂਸਟੀਟਿਊਸ਼ਨ ਦੇ ਵਿੱਚ 12 ਸ਼ਡਿਊਲ ਹੈਗੇ ਹੈ, 25 ਪਾਰਟਸ ਹੈਗੇ ਹੈ ਅਤੇ 465 ਆਰਟੀਕਲ ਹੈਗੇ ਹੈ। ਇਹਨਾਂ ਨੂੰ ਤੁਸੀਂ ਯਾਦ ਕਰਨਾ। ਕਈ ਵਾਰੀ ਆਪਣੇ ਜਿਹੜੇ ਐਗਜ਼ਾਮ ਹੈਗਾ ਸਿੱਧਾ ਹੀ ਪੁੱਛ ਲਿਆ ਜਾਂਦਾ ਵੀ ਕਿੰਨੇ ਆਰਟੀਕਲ ਹੈਗੇ ਆ, ਕਿੰਨੇ ਸ਼ਡਿਊਲ ਹੈਗੇ ਆ ਅਤੇ ਕਿੰਨੇ ਪਾਰਟਸ ਹੈਗੇ ਆ। ਸੋ ਬਹੁਤ ਇੰਪੋਰਟੈਂਟ ਗੱਲਾਂ ਪੜ੍ਹੀਆਂ, ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰਦੇ ਜਾਓ ਜਿਵੇਂ ਜਿਵੇਂ ਆਪਾਂ ਤੁਹਾਨੂੰ ਕਰਵਾ ਰਹੇ ਹਾਂ। ਨੈਕਸਟ ਕੁਐਸਚਨ ਹੈਗਾ, ਹਾਊ ਮੈਨੀ ਪਾਰਟਸ, ਆਰਟੀਕਲ, ਸ਼ਡਿਊਲਸ ਵਰ ਦੇਅਰ ਇਨ ਦਾ ਓਰੀਜਨਲ ਇੰਡੀਅਨ ਕੌਂਸਟੀਟਿਊਸ਼ਨ। ਹਾਂਜੀ, ਆਪਣਾ ਕੁਐਸਚਨ ਹੈਗਾ ਵੀ ਜਦੋਂ ਇੰਡੀਅਨ ਓਰੀਜਨਲ ਕੌਂਸਟੀਟਿਊਸ਼ਨ ਫਾਰਮ ਹੋਇਆ ਸੀਗਾ, ਜਦੋਂ 1950 ਦੇ ਵਿੱਚ ਆਪਣਾ ਕੌਂਸਟੀਟਿਊਸ਼ਨ ਲਾਗੂ ਹੋਇਆ, ਤਾਂ ਉਦੋਂ ਕਿੰਨੇ ਸ਼ਡਿਊਲ ਸੀ, ਕਿੰਨੇ ਪਾਰਟ ਸੀ ਅਤੇ ਕਿੰਨੇ ਆਰਟੀਕਲ ਸੀਗੇ। ਸੋ ਜਿਹੜਾ ਆਪਣਾ ਆਨਸਰ ਬਣ ਜੂਗਾ ਉਹ ਬਣ ਜੂਗਾ ਇਹ ਆਨਸਰ, 22 ਪਾਰਟ ਸੀਗੇ, 395 ਆਰਟੀਕਲ ਸੀ ਅਤੇ 8 ਸ਼ਡਿਊਲ ਸੀਗੇ। ਜਿਹੜਾ ਹੁਣ ਦਾ ਕੌਂਸਟੀਟਿਊਸ਼ਨ ਹੈਗਾ ਉਹਦੇ ਵਿੱਚ ਅਮੈਂਡਮੈਂਟ ਹੋ ਕੇ 12 ਸ਼ਡਿਊਲ ਹੋ ਗਏ ਹੈ, 465 ਆਰਟੀਕਲ ਹੋ ਗਏ ਹੈ
ਤੇ 25 ਪਾਰਟਸ ਹੋ ਗਏ ਹੈ। ਬਹੁਤ ਹੀ ਇੰਪੋਰਟੈਂਟ ਹੈਗਾ। ਕਨਸਟੀਟਿਊਸ਼ਨ ਲਾਗੂ ਹੋਇਆ ਸੀਗਾ ਤਾਂ ਕਿੰਨੇ ਪਾਰਟਸ ਹੈਗੇ ਸੀਗੇ? 22 ਪਾਰਟਸ ਸੀਗੇ, 395 ਆਰਟੀਕਲ ਸੀਗੇ ਤੇ 8 ਸ਼ਡਿਊਲ ਸੀਗੇ। ਹੁਣ ਕਿੰਨੇ ਪਾਰਟਸ ਹੈਗੇ? 25 ਪਾਰਟਸ ਹੈਗੇ ਆ, 465 ਆਰਟੀਕਲ ਹੈਗੇ ਆ ਤੇ 12 ਸ਼ਡਿਊਲਸ ਹੈਗੇ ਆ। ਬਹੁਤ ਇੰਪੋਰਟੈਂਟ ਹੈਗਾ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਆਈਡੀਆ ਆਫ ਦਾ ਫੰਡਾਮੈਂਟਲ ਰਾਈਟ ਇਜ਼ ਅਡਾਪਟਡ ਫਰੋਮ ਦਾ ਕਨਸਟੀਟਿਊਸ਼ਨ ਆਫ। ਜਿਹੜਾ ਆਪਣਾ ਫੰਡਾਮੈਂਟਲ ਰਾਈਟਸ ਦਾ ਆਈਡੀਆ ਹੈਗਾ ਕਿਹੜੇ ਕਨਸਟੀਟਿਊਸ਼ਨ ਤੋਂ ਅਡਾਪਟ ਕੀਤਾ ਗਿਆ? ਸੋ ਆਪਣੇ ਕੋਲ ਆਪਸ਼ਨ ਹੈਗੇ ਆ ਬ੍ਰਿਟੇਨ, ਕੈਨੇਡਾ, ਆਇਰਲੈਂਡ, ਅਮਰੀਕਾ। ਜਿਹੜੇ ਫੰਡਾਮੈਂਟਲ ਰਾਈਟਸ ਦਾ ਆਈਡੀਆ ਸੀਗਾ ਅਮਰੀਕਾ ਕੋਲੋਂ ਬੋਰੋ ਕੀਤਾ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਵੇਂ ਆਪਣਾ ਕਨਸਟੀਟਿਊਸ਼ਨ ਫਾਰਮ ਹੋਇਆ ਸੀਗਾ ਤਾਂ ਆਪਾਂ ਅੱਡ-ਅੱਡ ਸਟੇਟਸ ਕੋਲੋਂ ਜਾਂ ਅੱਡ-ਅੱਡ ਕੰਟਰੀਜ਼ ਕੋਲੋਂ ਆਪਾਂ ਪ੍ਰੋਵੀਜ਼ਨ ਲਈਆਂ ਸੀਗੀਆਂ, ਉਹਦੇ ਰਾਹੀਂ ਆਪਣਾ ਕਨਸਟੀਟਿਊਸ਼ਨ ਫਾਰਮ ਹੋਇਆ। ਜਿਵੇਂ ਕਿ ਹੋਰ ਵੀ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਅਮਰੀਕਾ ਤੋਂ ਆਪਾਂ ਬੋਰੋ ਕੀਤੀਆਂ, ਜਿਵੇਂ ਕਿ ਜੁਡੀਸ਼ੀਅਲ ਰਿਵਿਊ ਦਾ ਜਿਹੜਾ ਕਨਸੈਪਟ ਹੈਗਾ ਉਹ ਵੀ ਅਮਰੀਕਾ ਕੋਲੋਂ ਬੋਰੋ ਕੀਤਾ ਆਪਾਂ। ਜਿਹੜਾ ਇੰਪੀਚਮੈਂਟ ਆਫ ਜੱਜਿਸ ਹੈਗਾ ਉਹ ਵੀ ਅਮਰੀਕਾ ਕੋਲੋਂ ਬੋਰੋ ਕੀਤਾ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜੋ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ ਜਦੋਂ ਤੁਸੀਂ ਸਾਡੇ ਲੈਕਚਰ ਜੁਆਇਨ ਕਰੋਗੇ। ਆਪਾਂ ਬਹੁਤ ਹੀ ਡਿਟੇਲ ਦੇ ਵਿੱਚ ਪੜ੍ਹਿਆ ਸੋਰਸਿਸ ਆਫ ਦਾ ਕਨਸਟੀਟਿਊਸ਼ਨ। ਕੈਨੇਡਾ ਤੋਂ ਆਪਾਂ ਕੀ ਕੀਤਾ? ਕੈਨੇਡਾ ਤੋਂ ਆਪਾਂ ਪੜ੍ਹਿਆ ਆਫਿਸ ਆਫ ਦਾ ਗਵਰਨਰ ਹੈਗਾ। ਜਿਹੜਾ ਆਪਣਾ ਯੂਨਾਈਟਿਡ ਸਿਸਟਮ ਤੇ ਫੈਡਰਲ ਸਿਸਟਮ ਦਾ ਕੰਬੀਨੇਸ਼ਨ ਹੈਗਾ ਉਹ ਵੀ ਆਪਾਂ ਕੈਨੇਡਾ ਤੋਂ ਲਿਆ ਹੈਗਾ। ਜਿਹੜੇ ਰੈਜ਼ੋਲੂਟਰੀ ਪਾਵਰਸ ਆਪਣੀਆਂ ਸੈਂਟਰ ਕੋਲ ਹੈਗੀਆਂ ਉਹ ਵੀ ਆਪਾਂ ਕੈਨੇਡਾ ਤੋਂ ਲਈਆਂ ਹੋਈਆਂ। ਸੋ ਆਇਰਲੈਂਡ ਤੋਂ ਕੀ ਆਪਾਂ ਲਿਆ? ਆਇਰਲੈਂਡ ਤੋਂ ਆਪਾਂ ਲਿਆ ਡਾਇਰੈਕਟਿਵ ਸਟੇਟਸ ਪ੍ਰਿੰਸੀਪਲ। ਬਹੁਤ ਹੀ DPSP ਕਹਿ ਦਿੰਦੇ ਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆਪਾਂ ਲਏ ਹੈਗੇ ਆਇਰਲੈਂਡ ਕੋਲੋਂ। ਬ੍ਰਿਟੇਨ ਕੋਲੋਂ ਕੀ ਲਿਆ? ਆਪਣਾ ਜਿਹੜਾ ਆਪਣਾ ਪਾਰਲੀਮੈਂਟਰੀ ਸਿਸਟਮ ਹੈਗਾ, ਕੈਬਨਿਟ ਸਿਸਟਮ ਹੈਗਾ, ਇਹ ਸਾਰਾ ਦਾ ਸਾਰਾ ਬ੍ਰਿਟੇਨ ਕੋਲੋਂ ਆਇਆ ਹੋਇਆ। ਬਾਕੀ ਜਦੋਂ ਆਪਾਂ ਸੋਰਸਿਸ ਆਫ ਦਾ ਕਨਸਟੀਟਿਊਸ਼ਨ ਡਿਟੇਲ ਦੇ ਵਿੱਚ ਟੌਪਿਕ ਪੜ੍ਹਾਂਗੇ ਉਹ ਤੁਹਾਨੂੰ ਸਾਰੀਆਂ ਗੱਲਾਂ ਕਰਵਾਈਆਂ ਜਾਣਗੀਆਂ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈਗਾ, ਦ ਫੀਚਰ ਆਫ ਦਾ ਫੈਡਰਲ ਸਿਸਟਮ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਜ਼ ਇੰਸਪਾਇਰਡ ਬਾਈ ਦਾ ਕਨਸਟੀਟਿਊਸ਼ਨ ਆਫ। ਜਿਹੜਾ ਆਪਣਾ ਫੈਡਰਲ ਸਿਸਟਮ ਹੈਗਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਹੈਗਾ ਉਹ ਕਿੱਥੋਂ ਇੰਸਪਾਇਰਡ ਹੈਗਾ ਜਾਂ ਕਿੱਥੋਂ ਬੋਰੋ ਕੀਤਾ ਗਿਆ? ਤਾਂ ਬੋਰੋ ਕੀਤਾ ਗਿਆ ਕੈਨੇਡਾ ਦੇ ਕਨਸਟੀਟਿਊਸ਼ਨ ਕੋਲੋਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਫੈਡਰਲ ਸਿਸਟਮ ਹੁੰਦਾ ਕੀ ਹੈ। ਜਦੋਂ ਕਲੀਅਰ ਕੱਟ ਡਿਵੀਜ਼ਨ ਹੁੰਦਾ ਪਾਵਰਸ ਦੇ ਵਿੱਚ ਉਹਨੂੰ ਕਿਹਾ ਜਾਂਦਾ ਫੈਡਰਲ ਸਿਸਟਮ। ਜਿਹੜਾ ਆਪਣਾ ਸਟੇਟ ਲਿਸਟ ਹੈਗਾ, ਯੂਨੀਅਨ ਲਿਸਟ ਹੈਗਾ ਜਾਂ ਕੰਕਰੈਂਟ ਲਿਸਟ ਹੈਗਾ, ਇੱਕ ਕਲੀਅਰ ਕੱਟ ਡਿਵੀਜ਼ਨ ਹੈ ਆਪਣੀ ਪਾਵਰਸ ਦੇ ਵਿੱਚ। ਸੋ ਇਹਨੂੰ ਹੀ ਕਿਹਾ ਜਾਂਦਾ ਹੈ ਫੈਡਰਲ ਸਿਸਟਮ। ਹੋਰ ਐਂਟੀ ਫੈਡਰਲ ਐਲੀਮੈਂਟ ਕਿਹੜੇ ਹੈਗੇ ਆਪਣੇ ਸਿਸਟਮ ਦੇ ਵਿੱਚ? ਜਿਹੜੇ ਯੂਨਾਈਟਰੀ ਫੀਚਰਸ ਕਿਹੜੇ ਹੈਗੇ ਆ ਇਹ ਤੁਹਾਨੂੰ ਪਤਾ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਯੂਨਾਈਟਰੀ ਫੀਚਰਸ ਹੈਗੇ ਜਿਵੇਂ ਆਲ ਇੰਡੀਆ ਸਰਵਿਸਿਜ਼ ਹੋ ਗਈਆਂ, ਇਹ ਵੀ ਯੂਨਾਈਟਰੀ ਫੀਚਰਸ ਦਾ ਪਾਰਟ ਹੈਗਾ। ਜਿਹੜੀ ਆਪਣੀ ਸਿੰਗਲ ਸਿਟੀਜ਼ਨਸ਼ਿਪ ਹੈਗੀ ਆ ਉਹ ਵੀ ਯੂਨਾਈਟਰੀ ਫੀਚਰ ਦਾ ਪਾਰਟ ਹੈਗਾ। ਇਲੈਕਸ਼ਨ ਕਮਿਸ਼ਨ ਹੈਗਾ ਉਹ ਵੀ ਯੂਨਾਈਟਰੀ ਫੀਚਰ ਦਾ ਪਾਰਟ ਹੈਗਾ। ਅਤੇ ਇਹ ਸਾਰੇ ਯੂਨਾਈਟਰੀ ਫੀਚਰਸ ਦਾ ਇਹ ਮਤਲਬ ਹੁੰਦਾ ਕਿ ਜਦੋਂ ਸੈਂਟਰ ਕੋਲ ਕੰਟਰੋਲ ਜ਼ਿਆਦਾ ਹੁੰਦਾ ਐਜ਼ ਕੰਪੈਰੀਜ਼ਨ ਟੂ ਦਾ ਸਟੇਟਸ। ਫੈਡਰਲ ਫੀਚਰਸ ਇਹ ਹੁੰਦੇ ਆ ਵੀ ਜਦੋਂ ਸੈਂਟਰ ਅਤੇ ਸਟੇਟ ਦੇ ਪਾਵਰ ਜਿਹੜੀਆਂ ਕਲੀਅਰ ਕੱਟ ਡਿਵੀਜ਼ਨ ਹੁੰਦੀ ਹੈ ਅਤੇ ਸੈਂਟਰ ਦਾ ਜਿਹੜਾ ਅਧਿਕਾਰ ਹੁੰਦਾ ਸਟੇਟਾਂ 'ਤੇ ਘੱਟ ਹੁੰਦਾ। ਸੋ ਪਿਓਰ ਜਿਹੜਾ ਫੈਡਰਲ ਸਿਸਟਮ ਹੈਗਾ ਉਹ USA ਦੇ ਵਿੱਚ ਪਾਇਆ ਜਾਂਦਾ। ਇਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜਾ ਆਪਣੇ ਫੈਡਰਲ ਸਿਸਟਮ ਪਾਇਆ ਜਾਂਦਾ ਉਹ ਕੈਨੇਡਾ ਵਰਗਾ ਫੈਡਰਲ ਸਿਸਟਮ ਪਾਇਆ ਜਾਂਦਾ ਵੀ ਫੈਡਰਲ ਹੈਗਾ ਵੀ ਹੈ ਅਤੇ ਫੈਡਰਲ ਨਹੀਂ ਵੀ ਹੈਗਾ। ਇਹਦਾ ਮਤਲਬ ਕੀ ਹੋਇਆ? ਫੈਡਰਲ ਹੈਗਾ ਵੀ ਹੈ ਅਤੇ ਫੈਡਰਲ ਨਹੀਂ ਵੀ ਹੈਗਾ, ਕੁਆਸੀ ਫੈਡਰਲ ਕਹਿ ਦਿੰਦੇ ਇਹਨੂੰ ਆਪਾਂ। ਇਹਦਾ ਮਤਲਬ ਇਹ ਹੁੰਦਾ ਵੀ ਫੈਡਰਲ ਫੀਚਰਸ ਹੈਗੇ ਵੀ ਹੈ ਅਤੇ ਯੂਨਾਈਟਰੀ ਫੀਚਰਸ ਵੀ ਹੈਗੇ ਆ। ਸੋ ਇਹਨੂੰ ਕਹਿ ਦਿੰਦੇ ਆਪਾਂ ਕੁਆਸੀ ਫੈਡਰਲ ਸਟਰਕਚਰ। ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਜਿਹੜੇ ਫੈਡਰਲ ਆਪਣੇ ਹੈਗੇ ਆ ਉਹ ਤੁਹਾਨੂੰ ਪਤਾ ਹੈਗੇ ਆ। ਜਿਵੇਂ ਆਪਾਂ ਜਿਹੜੀ ਆਪਣੀ ਬਾਈ ਕੈਮਰਲ ਲੈਜਿਸਲੇਚਰ ਹੈਗੀ ਹੈ, ਰਾਜ ਸਭਾ ਅਤੇ ਲੋਕ ਸਭਾ ਹੈਗੀਆਂ ਦੋ। ਬਾਕੀ ਅੱਗੇ ਸਟੇਟ ਦੇ ਵਿੱਚ ਵੀ ਆਪਣੀ ਜਿਹੜੀ ਅਸੈਂਬਲੀ ਹੈਗੀ ਹੈ ਸਾਰੇ ਆਪਣੇ ਫੈਡਰਲ ਫੀਚਰਸ ਦੇ ਵਿੱਚ ਆ ਜਾਂਦੇ ਆ। ਸੋ ਇਹ ਸੀਗਾ ਫੈਡਰਲਿਜ਼ਮ ਬਾਰੇ ਕੁਝ ਗੱਲਾਂ। ਬਾਕੀ ਆਪਾਂ ਜਦੋਂ ਡਿਟੇਲ ਦੇ ਵਿੱਚ ਆਪਾਂ ਜਦੋਂ ਸਾਡੀ ਐਪ 'ਤੇ ਤੁਸੀਂ ਕੋਰਸਿਸ ਨੂੰ ਜੁਆਇਨ ਕਰੋਗੇ ਆਪਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਕਰਵਾ ਰਹੇ ਹਾਂ ਫੈਡਰਲ ਸਿਸਟਮ ਨੂੰ। ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰ ਰਹੇ ਹਾਂ। ਨੈਕਸਟ ਹੈਗਾ, ਹੂ ਇਜ਼ ਇਨ ਦਾ ਬਿਗਨਿੰਗ ਪ੍ਰੈਜ਼ੈਂਟਡ ਦਾ ਆਈਡੀਆ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਅਸੈਂਬਲੀ ਇਨ ਪ੍ਰੀ ਡਿਪੈਂਡੈਂਸ ਡੇ। ਜਦੋਂ ਹਜੇ ਆਪਾਂ ਆਜ਼ਾਦ ਨਹੀਂ ਹੋਏ ਸੀਗੇ ਉਦੋਂ ਕਿਹਨੇ ਪਹਿਲੀ ਵਾਰੀ ਆਪਣਾ ਜਿਹੜਾ ਕੌਂਸਟੀਟਿਊਸ਼ਨ ਅਸੈਂਬਲੀ ਦਾ ਜਿਹੜਾ ਆਈਡੀਆ ਦਿੱਤਾ ਸੀਗਾ? ਇਹਨਾਂ ਚਾਰ ਆਪਸ਼ਨ 'ਚੋਂ ਕਿਹੜੀ ਪਰਸਨੈਲਿਟੀ ਨੇ ਆਈਡੀਆ ਦਿੱਤਾ ਸੀਗਾ? ਤਾਂ ਆਪਣਾ ਆਪਸ਼ਨ ਦਿੱਤੇ ਹੋਏ ਹੈ। MN ਰॉय ਨੇ ਦਿੱਤਾ ਸੀਗਾ, BR ਅੰਬੇਦਕਰ ਨੇ, ਐਨੀ ਬੇਸੈਂਟ ਨੇ, ਜਵਾਹਰ ਲਾਲ ਨਹਿਰੂ ਨੇ। ਜਿਹੜਾ ਪਹਿਲੀ ਵਾਰੀ ਕੌਂਸਟੀਟਿਊਸ਼ਨ ਅਸੈਂਬਲੀ ਦਾ ਆਈਡੀਆ ਦਿੱਤਾ ਸੀਗਾ ਪ੍ਰੀ ਇੰਡੀਪੈਂਡੈਂਸ ਡੇ ਦੇ ਵਿੱਚ ਉਹ ਦਿੱਤਾ ਸੀਗਾ MN ਰॉय ਨੇ। ਬਹੁਤ ਇੰਪੋਰਟੈਂਟ ਹੈਗਾ। 1934 ਦੇ ਵਿੱਚ ਪਹਿਲੀ ਵਾਰੀ ਕਿਹਾ ਸੀ ਵੀ ਇੱਕ ਕੌਂਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਹੈ ਜਿਹਦੇ ਦੁਆਰਾ ਸਾਡਾ ਜਿਹੜਾ ਕੌਂਸਟੀਟਿਊਸ਼ਨ ਫਾਰਮਡ ਹੋਣਾ ਚਾਹੀਦਾ। ਸੋ ਇਸੇ ਤਰ੍ਹਾਂ ਹੀ ਆਪਣਾ ਕੌਂਸਟੀਟਿਊਸ਼ਨ ਫਾਰਮਡ ਹੋਇਆ। ਇੱਕ ਕੌਂਸਟੀਟਿਊਸ਼ਨ ਅਸੈਂਬਲੀ ਬਣਾਈ ਗਈ ਸੀ ਜਿਹਨੇ ਪੂਰਾ ਕੌਂਸਟੀਟਿਊਸ਼ਨ ਆਪਣਾ ਬਣਾਇਆ ਹੈਗਾ। ਸੋ ਪਹਿਲੀ ਵਾਰੀ ਆਈਡੀਆ ਜਿਹੜਾ ਇੰਡੀਅਨ ਹੈਗਾ ਉਹਨੇ ਦਿੱਤਾ ਸੀਗਾ MN ਰॉय ਨੇ। ਵੈਸੇ ਜਿਹੜਾ ਅਗਸਤ ਆਫਰ ਹੈਗਾ ਉਹਦੇ ਵਿੱਚ ਪਹਿਲੀ ਵਾਰੀ ਜ਼ਿਕਰ ਆਇਆ ਸੀਗਾ ਕੌਂਸਟੀਟਿਊਸ਼ਨ ਅਸੈਂਬਲੀ ਦਾ। ਇਹਨੂੰ ਵੀ ਤੁਸੀਂ ਪੈਨ ਡਾਊਨ ਕਰ ਸਕਦੇ ਹੋ ਵੀ ਕਿਹੜਾ ਅੰਗਰੇਜ਼ਾਂ ਵੱਲੋਂ ਪਹਿਲਾ ਆਫਰ ਆਇਆ ਸੀ ਜਿਹਦੇ ਵਿੱਚ ਕੌਂਸਟੀਟਿਊਸ਼ਨ ਅਸੈਂਬਲੀ ਦਾ ਜ਼ਿਕਰ ਆਇਆ ਸੀਗਾ। ਸੋ ਅਗਸਤ ਆਫਰ 1940 ਦੇ ਦੌਰਾਨ ਪਹਿਲੀ ਵਾਰੀ ਕੌਂਸਟੀਟਿਊਸ਼ਨ ਅਸੈਂਬਲੀ ਦਾ ਜ਼ਿਕਰ ਆਇਆ ਸੀਗਾ। ਸੋ ਆਪਾਂ ਹੁਣ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ।
ਸੋ ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਐਟ ਦਾ ਟਾਈਮ ਆਫ ਦਾ ਪਾਰਟੀਸ਼ਨ ਆਫ ਇੰਡੀਆ। ਜਦੋਂ ਆਪਣਾ ਭਾਰਤ ਦਾ ਬਟਵਾਰਾ ਹੋਇਆ ਸੀਗਾ 1947 ਦੇ ਵਿੱਚ, ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਦੋਂ ਪ੍ਰੈਜ਼ੀਡੈਂਟ ਕੌਣ ਸੀ ਜਾਂ ਪ੍ਰਧਾਨ ਕੌਣ ਸੀਗੇ ਉਸ ਟਾਈਮ ਤੇ। ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ, JB ਕਿਰਪਲਾਨੀ, ਜਵਾਹਰ ਲਾਲ ਨਹਿਰੂ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਸੀ ਰਾਜਾ ਗੋਪਾਲਾਚਾਰਿਆ। ਸੋ ਜਿਹੜੇ ਆਪਣੇ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਆਪਣੇ ਪਾਰਟੀਸ਼ਨ ਦੇ ਦੌਰਾਨ ਜਾਂ ਕਹਿ ਸਕਦੇ ਬਟਵਾਰੇ ਦੇ ਦੌਰਾਨ, ਉਹ ਸੀਗੇ JB ਕਿਰਪਲਾਨੀ। ਇਹ ਲੇਟੈਸਟ ਬਿਹਾਰ PCS ਹੋਇਆ ਸੀਗਾ, ਉਹਦੇ ਵਿੱਚ ਆ ਕੁਐਸਚਨ ਆਇਆ ਸੀਗਾ ਸੇਮ। ਇਹ ਵੀ ਪੋਲਿਟੀ ਦਾ ਹੀ ਪਾਰਟ ਬਣ ਜਾਂਦਾ, ਸੋ ਇਸ ਲਈ ਆਪਾਂ ਇਹਦੇ ਵਿੱਚ ਪੁੱਟ ਕੀਤਾ। ਪੋਲਿਟੀ ਤੇ ਹਿਸਟਰੀ ਦਾ ਓਵਰਲੈਪਿੰਗ ਹੈਗੀ ਹੈ ਇਸ ਕੁਐਸਚਨ ਦੇ ਵਿੱਚ, ਤੁਸੀਂ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਕਰਨਾ ਹੈ ਵੀ ਜਦੋਂ ਆਪਾਂ ਡਿਵਾਈਡ ਹੋਇਆ ਸੀਗਾ ਇੰਡੀਆ, ਉਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀਗਾ? JB ਕਿਰਪਲਾਨੀ ਸੀਗਾ ਉਸ ਟਾਈਮ ਕਾਂਗਰਸ ਦਾ ਪ੍ਰੈਜ਼ੀਡੈਂਟ। ਬਹੁਤ ਇੰਪੋਰਟੈਂਟ ਹੈ, ਹੁਣੇ ਲੇਟੈਸਟ PCS ਦੇ ਵਿੱਚ ਆਇਆ। ਉਮੀਦ ਕਰਦੇ ਹਾਂ ਆਪਾਂ ਨੂੰ ਕੱਲ੍ਹ ਨੂੰ ਪੰਜਾਬ ਦੇ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਨੈਕਸਟ ਹੈਗਾ, ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਚੇਅਰਮੈਨ ਆਫ ਦਾ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਆਫ ਦਾ ਕਨਸਟੀਟਿਊਐਂਟ ਅਸੈਂਬਲੀ। ਬਹੁਤ ਹੀ ਇੰਪੋਰਟੈਂਟ ਹੈਗਾ ਵੀ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਦੀ ਕਮੇਟੀ ਬਣਾਈ ਗਈ ਸੀਗੀ, ਯੂਨੀਅਨ ਕਨਸਟੀਟਿਊਸ਼ਨ ਕਮੇਟੀ ਬਣਾਈ ਗਈ ਸੀਗੀ, ਉਹਦਾ ਹੈੱਡ ਕੌਣ ਸੀਗਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਕਨਸਟੀਟਿਊਐਂਟ ਅਸੈਂਬਲੀ ਫਾਰਮ ਹੋਈ ਸੀਗਾ ਤਾਂ ਡਿਫਰੈਂਟ ਕਮੇਟੀ ਬਣਾਈਆਂ ਗਈਆਂ ਸੀਗੀਆਂ ਜਿਹੜੀਆਂ ਰეკਮੈਂਡ ਕਰਦੀਆਂ ਸੀਗੀਆਂ ਵੀ ਕਨਸਟੀਟਿਊਸ਼ਨ ਕਿਵੇਂ ਹੋਣਾ ਚਾਹੀਦਾ, ਇਹਦੇ ਵਿੱਚ ਕੀ ਪ੍ਰੋਵੀਜ਼ਨ ਹੋਣੀਆਂ ਚਾਹੀਦੀਆਂ। ਸੋ ਆਪਣੇ ਕੋਲ ਪੁੱਛਿਆ ਗਿਆ ਵੀ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਬਣਾਈ ਗਈ ਸੀਗੀ, ਕਿਹਦੀ ਚੇਅਰਮੈਨਸ਼ਿਪ ਦੇ ਅੰਡਰ ਬਣਾਈ ਗਈ ਸੀਗੀ? ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, BR ਅੰਬੇਦਕਰ, JB ਕਿਰਪਲਾਨੀ, ਜਵਾਹਰ ਲਾਲ ਨਹਿਰੂ, ਅਲਾਦ ਕਿਸ਼ਨ ਅਰੀਅਰ। ਜਿਹੜਾ ਆਪਣਾ ਆਨਸਰ ਹੈ ਜਵਾਹਰ ਲਾਲ ਨਹਿਰੂ। ਯੂਨੀਅਨ ਕਨਸਟੀਟਿਊਸ਼ਨ ਕਮੇਟੀ ਬਣਾਈ ਗਈ ਸੀ ਜਵਾਹਰ ਲਾਲ ਨਹਿਰੂ ਦੀ ਚੇਅਰਮੈਨਸ਼ਿਪ ਦੇ ਅੰਡਰ। ਹੋਰ ਵੀ ਕਮੇਟੀਜ਼ ਬਣਾਈਆਂ ਗਈਆਂ ਸੀ, ਜਿਵੇਂ ਕਿ ਡਰਾਫਟਿੰਗ ਕਮੇਟੀ ਬਣਾਈ ਗਈ ਸੀ BR ਅੰਬੇਦਕਰ ਦੀ ਚੇਅਰਮੈਨਸ਼ਿਪ ਦੇ ਅੰਡਰ। ਸੋ ਇਸੇ ਤਰ੍ਹਾਂ ਬਹੁਤ ਸਾਰੀ ਕਮੇਟੀਜ਼ ਬਣਾਈਆਂ ਗਈਆਂ ਸੀਗੀਆਂ। ਬਾਕੀ ਜਿੰਨੀਆਂ ਵੀ ਐਗਜ਼ਾਮ ਪੁਆਇੰਟ ਆਫ ਵੀ ਤੋਂ ਰੈਲੇਵੈਂਟ ਹੈਗੀਆਂ ਆਪਾਂ ਉਹੀ ਕਰਨੀ ਹੈ, ਕਿਉਂਕਿ ਆਪਾਂ ਕਰ ਰਹੇ ਹਾਂ ਐਕਸਪੈਕਟਿਡ ਕੁਐਸਚਨ, ਵੀ ਕੱਲ੍ਹ ਨੂੰ ਪੁੱਛੇ ਜਾਣ ਵਾਲੇ ਕੁਐਸਚਨ, ਇੰਪੋਰਟੈਂਟ ਕੁਐਸਚਨ ਕਰਨੇ ਆ। ਵੈਸੇ ਤਾਂ ਬਹੁਤ ਸਾਰੀਆਂ ਕਮੇਟੀਜ਼ ਬਣਾਈਆਂ ਗਈਆਂ ਸੀਗੀਆਂ, ਪਰ ਆਪਣੇ ਲਈ ਬਹੁਤ ਜ਼ਿਆਦਾ ਜਿਹੜੀ ਰੈਲੇਵੈਂਟ ਹੈਗੀ ਹੈ ਉਹ ਇਹੀ ਹੈਗੀ ਹੈ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਤੇ ਡਰਾਫਟਿੰਗ ਕਮੇਟੀ। ਜਿਹੜੇ ਡਰਾਫਟਿੰਗ ਕਮੇਟੀ ਦੇ ਹੈੱਡ ਹੈਗੇ ਸੀਗੇ ਉਹ ਸੀਗੇ BR ਅੰਬੇਦਕਰ। ਜਿਹੜੀ UN ਕਨਸਟੀਟਿਊਸ਼ਨ ਕਮੇਟੀ ਦੇ ਹੈੱਡ ਹੈਗੇ ਆ ਉਹ ਸੀਗੇ ਜਵਾਹਰ ਲਾਲ ਨਹਿਰੂ। ਇੱਕ ਹੋਰ ਕਮੇਟੀ ਸੀਗੀ ਪ੍ਰੋਵਿੰਸ਼ੀਅਲ ਕਮੇਟੀ ਬਣਾਈ ਗਈ ਸੀਗੀ, ਉਹ ਬਣਾਈ ਗਈ ਸੀਗੀ ਸਰਦਾਰ ਵੱਲਭ ਭਾਈ ਪਟੇਲ ਦੀ ਚੇਅਰਮੈਨਸ਼ਿਪ ਦੇ ਅੰਡਰ। ਬਹੁਤ ਇੰਪੋਰਟੈਂਟ ਹੈਗਾ, ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰ ਸਕਦੇ ਹੋ, ਆਪਣੇ ਐਗਜ਼ਾਮ ਪੁਆਇੰਟ ਆਫ ਵੀ ਤੋਂ ਬਹੁਤ ਹੀ ਜ਼ਿਆਦਾ ਰੈਲੇਵੈਂਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਜੀ ਨੈਕਸਟ ਹੈਗਾ, ਵਿਚ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਿਸਕ੍ਰਾਈਬਡ ਐਜ਼ ਦ ਸੋਲ ਆਫ ਦਾ ਕਨਸਟੀਟਿਊਸ਼ਨ। ਕਿਹੜਾ ਐਜ਼ ਅ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਹੈ ਜਿਹਨੂੰ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਾ ਜਾਂਦਾ ਜਾਂ ਆਤਮਾ ਕਿਹਾ ਜਾਂਦਾ ਆਪਣੇ ਸੰਵਿਧਾਨ ਦੀ? ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਫੰਡਾਮੈਂਟਲ ਰਾਈਟਸ ਨੂੰ ਕਿਹਾ ਜਾਂਦਾ, ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਨੂੰ ਕਿਹਾ ਜਾਂਦਾ, ਜਾਂ ਪ੍ਰੈਂਬਲ ਨੂੰ ਕਿਹਾ ਜਾਂਦਾ, ਰਾਈਟ ਟੂ ਕਨਸਟੀਟਿਊਸ਼ਨ ਰੈਮੇਡੀਜ਼ ਨੂੰ ਕਿਹਾ ਜਾਂਦਾ। ਆਪਣਾ ਆਨਸਰ ਹੈਗਾ ਉਹ ਹੈਗਾ ਪ੍ਰੈਂਬਲ ਨੂੰ ਕਿਹਾ ਜਾਂਦਾ, ਸੋਲ ਆਫ ਦਾ ਕਨਸਟੀਟਿਊਸ਼ਨ। ਇਹਨੂੰ ਸੋਲ ਆਫ ਦਾ ਕਨਸਟੀਟਿਊਸ਼ਨ ਕਿਉਂ ਕਿਹਾ ਜਾਂਦਾ? ਕਿਉਂਕਿ ਕੱਲ੍ਹ ਨੂੰ ਅਗਰ ਕੋਈ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਕੁਝ ਗਲਤੀ ਆਉਂਦੀ ਹੈ, ਕਮੀ ਪੇਸ਼ੀ ਆਉਂਦੀ ਹੈ, ਤਾਂ ਪ੍ਰੈਂਬਲ ਦੇ ਵਿੱਚੋਂ ਆਪਾਂ ਵੇਖ ਸਕਦੇ ਹਾਂ ਵੀ ਆਪਣਾ ਜਿਹੜਾ ਕਨਸਟੀਟਿਊਸ਼ਨ ਹੈਗਾ ਉਹ ਕਿਸ ਵੱਲ ਮੂਵ ਕਰ ਰਿਹਾ। ਸੋ ਆਪਾਂ ਉੱਥੋਂ ਰੈਫਰੈਂਸ ਲੈ ਸਕਦੇ ਹਾਂ। ਬਾਕੀ ਡਾਕਟਰ BR ਅੰਬੇਦਕਰ ਨੇ ਹਾਰਟ ਐਂਡ ਦਾ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਾ ਸੀਗਾ, ਰਾਈਟ ਟੂ ਦਾ ਕਨਸਟੀਟਿਊਸ਼ਨ ਰੈਮੇਡੀਜ਼ ਨੂੰ ਡਾਕਟਰ BR ਅੰਬੇਦਕਰ ਨੇ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਾ ਹੈ। ਸੋ ਇਹਨੂੰ ਵੀ ਤੁਸੀਂ ਪੈਨ ਡਾਊਨ ਕਰ ਸਕਦੇ ਹੋ ਵੀ ਜਿਹੜਾ ਡਾਕਟਰ BR ਅੰਬੇਦਕਰ ਨੇ ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਾ ਉਹ ਕਿਹਾ ਰਾਈਟ ਟੂ ਕਨਸਟੀਟਿਊਸ਼ਨ ਰੈਮੇਡੀਜ਼। ਰਾਈਟ ਟੂ ਕਨਸਟੀਟਿਊਸ਼ਨ ਰੈਮੇਡੀਜ਼ ਕਿਹੜੇ ਆਰਟੀਕਲ ਦੇ ਅੰਡਰ ਆਉਂਦੀ ਹੈ? ਆਰਟੀਕਲ ਨੰਬਰ 32 ਅੰਡਰ ਦਾ ਫੰਡਾਮੈਂਟਲ ਰਾਈਟਸ। ਕਿਹੜੇ ਪਾਰਟ ਦੇ ਅੰਡਰ ਆਉਂਦੀ ਹੈ? ਇਹ ਆਉਂਦੀ ਹੈ ਪਾਰਟ 3 ਦੇ ਅੰਡਰ। ਬਹੁਤ ਇੰਪੋਰਟੈਂਟ ਹੈਗਾ, ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰਦੇ ਜਾਓ ਜਿਹੜੀਆਂ ਚੀਜ਼ਾਂ ਮੈਂ ਐਕਸਟਰਾ ਦੱਸ ਰਿਹਾ, ਕਿਉਂਕਿ ਸਾਰੀਆਂ ਹੀ ਰੈਲੇਵੈਂਟ ਐਗਜ਼ਾਮ ਪੁਆਇੰਟ ਆਫ ਵੀ ਤੋਂ। ਜਦੋਂ ਆਪਾਂ ਡਿਟੇਲ ਦੇ ਵਿੱਚ ਲੈਕਚਰ ਪੜ੍ਹਦੇ ਹਾਂ ਉਦੋਂ ਤਾਂ ਕਵਰ ਹੋ ਜਾਂਦੀ ਹੈ, ਜਦੋਂ ਆਪਾਂ ਐਕਸਪੈਕਟਿਡ ਕੁਐਸਚਨ ਕਰਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਉਦੋਂ ਆਪਾਂ ਕਵਰ ਨਹੀਂ ਕਰ ਸਕਦੇ। ਸੋ ਇਹਨਾਂ ਨੂੰ ਤੁਸੀਂ ਪੈਨ ਡਾਊਨ ਕਰਦੇ ਜਾਓ ਜਿਹੜੀਆਂ ਚੀਜ਼ਾਂ ਆਪਾਂ ਨਾਲ ਕਰ ਰਹੇ ਹਾਂ। ਸੋ ਤੁਹਾਨੂੰ ਮੈਂ ਦੱਸਦਾ ਹੋਊਗਾ ਜਿਹੜੇ ਰਾਈਟ ਟੂ ਕਨਸਟੀਟਿਊਸ਼ਨ ਰੈਮੇਡੀਜ਼ ਹੈਗੀਆਂ, ਆਰਟੀਕਲ ਨੰਬਰ 32 ਇਹਨੂੰ ਕਿਹਾ ਜਾਂਦਾ ਹਾਰਟ ਐਂਡ ਦਾ ਸੋਲ ਆਫ ਦਾ ਕਨਸਟੀਟਿਊਸ਼ਨ। ਕਿਹਨੇ ਕਿਹਾ ਸੀਗਾ? ਡਾਕਟਰ BR ਅੰਬੇਦਕਰ ਨੇ। ਸੋ ਬਹੁਤ ਹੀ ਇੰਪੋਰਟੈਂਟ ਹੈ। ਵੈਸੇ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ? ਪ੍ਰੈਂਬਲ ਨੂੰ ਸੋਲ ਆਫ ਦਾ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ। ਸੋ ਇਸ ਹੀ ਸਾਰੀਆਂ ਗੱਲਾਂ ਆਪਣੇ ਸੋਰਸ ਆਫ ਦਾ ਕਨਸਟੀਟਿਊਸ਼ਨ, ਸੋਲ ਆਫ ਦਾ ਕਨਸਟੀਟਿਊਸ਼ਨ ਬਾਰੇ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਆਪਣਾ ਨੈਕਸਟ ਕੁਐਸਚਨ ਹੈਗਾ, ਦ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਇਜ਼ ਲੇਡ ਡਾਊਨ ਅੰਡਰ। ਜਿਹੜਾ ਆਪਣਾ ਪੰਚਾਇਤੀ ਰਾਜ ਸਿਸਟਮ ਹੈਗਾ ਉਹ ਕਿਹਦੇ ਅੰਡਰ ਆਉਂਦਾ? ਇਹਨਾਂ ਚਾਰਾਂ ਚੋਂ ਫੰਡਾਮੈਂਟਲ ਰਾਈਟਸ ਦੇ ਅੰਡਰ ਆਉਂਦਾ, ਫੰਡਾਮੈਂਟਲ ਡਿਊਟੀਜ਼ ਦੇ ਅੰਡਰ ਆਉਂਦਾ, ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਦੇ ਅੰਡਰ ਆਉਂਦਾ, ਜਾਂ ਇਲੈਕਸ਼ਨ ਕਮਿਸ਼ਨ ਐਕਟ ਦੇ ਅੰਡਰ ਆਉਂਦਾ। ਸੋ ਜਿਹੜਾ ਆਪਣਾ ਪੰਚਾਇਤੀ ਰਾਜ ਸਿਸਟਮ ਹੈਗਾ ਉਹ ਲੇਡ ਡਾਊਨ ਹੈਗਾ DPSP ਦੇ ਵਿੱਚ, ਜਾਂ ਕਹਿ ਸਕਦੇ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ। ਇਹ ਗਾਂਧੀਅਨ ਪ੍ਰਿੰਸੀਪਲ ਹੈਗਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਕਿਹੜੀ DPSP ਦੇ ਅੰਡਰ ਆਉਂਦਾ ਹੈ ਆਪਣਾ ਜਿਹੜਾ ਪੰਚਾਇਤੀ ਰਾਜ ਸਿਸਟਮ? ਆਰਟੀਕਲ ਨੰਬਰ 40 ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਹੋਇਆ DPSP ਉਹਦੇ ਅੰਡਰ ਆਉਂਦਾ ਆਪਣਾ ਪੰਚਾਇਤੀ ਰਾਜ ਸਿਸਟਮ।
ਵੈਸੇ ਹੋਰ ਵੀ 2-3 ਗੱਲਾਂ ਹੈਗੀਆਂ ਜਿਹੜੀਆਂ ਪੰਚਾਇਤੀ ਰਾਜ ਸਿਸਟਮ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਿਹੜਾ ਆਪਣਾ ਪੰਚਾਇਤੀ ਰਾਜ ਸਿਸਟਮ ਹੈਗਾ 73rd ਅਮੈਂਡਮੈਂਟ ਕਨਸਟੀਟਿਊਸ਼ਨ ਅਮੈਂਡਮੈਂਟ 1992 ਦੇ ਅਕੋਰਡਿੰਗ ਇਨੈਕਟ ਕੀਤਾ ਗਿਆ ਤੇ ਕਿਹੜੇ ਪਾਰਟ ਦੇ ਅੰਡਰ ਕਿਹੜੇ ਸ਼ਡਿਊਲ ਦੇ ਅੰਡਰ ਆਉਂਦਾ ਆਪਣਾ ਪੰਚਾਇਤੀ ਰਾਜ ਸਿਸਟਮ, ਇਹ ਹੁੰਦਾ 11th ਸ਼ਡਿਊਲ ਦੇ ਅੰਡਰ ਆਉਂਦਾ ਪੰਚਾਇਤੀ ਰਾਜ ਸਿਸਟਮ। ਕਦੋਂ ਇਨੈਕਟ ਕੀਤਾ ਗਿਆ ਸੀਗਾ 73rd ਕਨਸਟੀਟਿਊਸ਼ਨ ਅਮੈਂਡਮੈਂਟ 1992, ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਇਹ ਸੀਗਾ ਆਪਣਾ ਅੱਜ ਦਾ ਲੈਕਚਰ। ਜਿਹੜੇ ਅੱਗੇ ਫਰਦਰ ਕੁਐਸਚਨ ਹੈਗੇ ਐਕਸਪੈਕਟਿਡ ਕੁਐਸਚਨ ਆਫ ਦਾ ਪੋਲਿਟੀ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਸੈਕਸ਼ਨ 'ਚ ਦੱਸੋ ਤੁਹਾਨੂੰ ਲੈਕਚਰ ਕਿਵੇਂ ਲੱਗ ਰਿਹਾ। ਸੋ ਬਾਕੀ ਸਾਡੀ CBSE ਐਗਜ਼ਾਮ ਗੁਰੂ ਐਪ ਹੈਗੀ, ਉਹਨੂੰ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ ਉੱਥੇ ਸਾਡੇ ਜਿਹੜੇ ਕੋਰਸਿਸ ਹੈਗੇ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ। ਜਿਵੇਂ ਕਿ ਸਾਡੀ ਟੈਸਟ ਸੀਰੀਜ਼ ਅਸੀਂ ਲਾਂਚ ਕੀਤੀ ਹੋਈ ਹੈ PCS 2020 ਨੂੰ ਲੈ ਕੇ 996 ਰੁਪੀਜ਼ ਦੀ ਟੈਸਟ ਸੀਰੀਜ਼ ਹੈਗੀ ਓਨਲੀ। ਸੋ ਤੁਸੀਂ ਬਾਕੀ ਸਾਡੇ ਕ੍ਰੈਸ਼ ਕੋਰਸ ਵੀ ਹੈਗੇ PCS 2020 ਨੂੰ ਲੈ ਕੇ, ਬਾਕੀ SI ਦੇ ਐਗਜ਼ਾਮ ਲਈ, FCA ਦੇ ਐਗਜ਼ਾਮ ਲਈ ਸਾਰੇ ਕੋਰਸਿਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਸਾਰੇ ਕੋਰਸਿਸ ਨੂੰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ। ਸਾਡੀ ਜਿਹੜੀ ਐਪ ਹੈਗੀ ਹੈ ਉਹ ਪਲੇ ਸਟੋਰ ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਹਦਾ ਜਿਹੜਾ ਲਿੰਕ ਹੈਗਾ ਉਹ ਵੀ ਡਿਸਕ੍ਰਿਪਸ਼ਨ ਬਾਕਸ 'ਤੇ ਵੀ ਦਿੱਤਾ ਹੋਇਆ। ਸੋ ਥੈਂਕ ਯੂ ਸੋ ਮਚ।